ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। श्री राग महला चौथा। नाम मिलै मन तृप्ति है, बिन नामै त्रिग जीवास। कोई गुरमुख सज्जन जे मिलै, मैं दसे प्रभ गुण तास। नाम मिलै मन तृप्ति है, बिन नामै त्रिग जीवास। कोई गुरमुख सज्जन जे मिलै, मैं दसे प्रभ गुण तास। हाँ तिस बिटों चौखनी है, मैं नाम करे परगास। मेरे प्रीतम हाँ जीवा नाम ध्याए, बिन नावै जीवन ना थियै। मेरे सतगुर नाम दिरड़ाए राम, बिन नावै जीवन ना थियै। मेरे सतगुर नाम दिरड़ाए राम। वाहिगुरु। ये पवित्र बचन तीसरे पातशाह निमाणियां दे मान, निताणियां दे तान, नियोटियां दी ओट, निआसरियां दे आसरे। धन धन श्री गुरु सोढ़ी सुल्तान सच्चे पातशाह श्री गुरु रामदास महाराज जी उन्हां दे उचारण कीते हुए ये बचन जो राग श्री राग दे अंग 40 उपर सुभाएमान हन। इस पवित्र शब्द राही धन धन श्री गुरु ग्रंथ साहिब जी महाराज की उपदेश बख्शदे हन। हुण लड़ी चल पई है चौथे पातशाह जी दे शब्दां दी। कल आपां उन्हां दा पहला शब्द सरवण कीता, जिस शब्द दे विच उन्हां ने बेनती कीती जिथों के जीव दी शुरुआत है कि मैं अपने मालक नूं किवें मिलां। मैं मन तन बिरहो अत अगला, क्यों प्रीतम मिले घरे आए। तो जद किसी नूं पुछया तो पता लग्या भी गुरु नूं मिलना चाहिए। किसी सज्जन ने, किसी मित्र ने, किसी गुरमुख ने सलाह दी सानू भी सारिਆਂ नूं भी गुरु घर जाना चाहिए। ते सतगुरु पातशाह जी इस तरह जीव की शुरुआत करते हैं। पहला किसी सत्संगी नाल मिलाप हुंदा है रब दे प्यारे नाल, फिर वो सानू गुरु कोले ले आउंदा है। जदों साडे अंदर विराग लग्या होवे जां देखा प्रभ अपना, प्रभ देखिया दुख जाए। मैं जाए पुछां तिन सज्जना, प्रभ कित विद मिलै मिलाए। गुरमुखां नूं पुछिए भी परमेश्वर दा घर किवें लभेगा। वो कहते गुरु नूं मिल। असुन प्रेमी अमाहड़ा, क्यों मिलिए हर जाए। मन तन प्यास दर्शन घनी, कोई आन मिलावे माए। ते अगों पता लग्या ते वो कहते संत सहाई प्रेम के कर कृपा दिया मिलाए। परमेश्वर दे प्यारे मिला सकते आ। हुण जदों परमेश्वर दे प्यारियां दी सत्संग दी कृपा दे नाल असीं गुरु कोले पहुंचे, अगला शब्द इसे लड़ी नाल, इसे कड़ी नाल जुड़ता है। जदों चौथे पातशाह जी धन धन श्री गुरु अमरदास जी की शरण विच आ गए
ਤਾਂ ਫਿਰ ਉਹਨਾਂ ਨੇ ਅਗਲੀ ਬੇਨਤੀ ਗੁਰੂ ਕੋਲੇ ਕਿਵੇਂ ਕੀਤੀ ਆ ਤੇ ਆਪਾਂ ਵੀ ਕਰਨੀ ਆ, ਕਿਉਂਕਿ ਗੁਰਬਾਣੀ ਸਰਬ ਸਾਂਝੀ ਹੈ, ਆਲ ਵਰਡ ਦੀ ਹੀ ਨਹੀਂ, ਚਾਰਾਂ ਲੋਕਾਂ ਦੇ ਵਾਸਤੇ ਆ। ਕੋ ਸਤਨਾਮ ਸ੍ਰੀ, ਕੇਵਲ ਇਹ ਸੰਸਾਰ ਦੀ ਹੀ ਨਹੀਂ, ਹਰ ਜੀਵ ਮਾਤਰ ਦੇ ਲਈ ਇਹ ਬਾਣੀ ਰਚੀ ਗਈ ਹੈ। ਭਾਵੇਂ ਸਤਿਗੁਰਾਂ ਨੇ ਕਿਸੇ ਨੂੰ ਵੀ ਸੰਬੋਧਨ ਹੋ ਕੇ ਕਿਹਾ, ਚਾਹੇ ਆਪਣੇ ਆਪ ਨੂੰ ਕਿਹਾ। ਅੱਜ ਦੇ ਸ਼ਬਦ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਕੋਲੇ ਪਹੁੰਚ ਗਏ ਹਨ, ਔਰ ਗੁਰੂ ਕੋਲੇ ਪਹੁੰਚ ਕਰਕੇ ਬੇਨਤੀ ਕਰਦੇ ਨੇ, ਮਹਾਰਾਜ ਮੈਨੂੰ ਪਤਾ ਲੱਗਿਆ ਹੈ ਕਿ ਸਿੱਖ ਨੂੰ ਨਾਮ ਜਪਣਾ ਚਾਹੀਦਾ ਹੈ। ਮਹਾਰਾਜ ਉਹ ਕਿਹੜਾ ਨਾਮ ਹੈ ਮੈਨੂੰ ਦਿਓ। ਮੈਨੂੰ ਪਤਾ ਲੱਗਿਆ ਕਿ ਨਾਮ ਤੋਂ ਬਗੈਰ ਜ਼ਿੰਦਗੀ ਬੇਕਾਰ ਹੈ, ਨਿਗੋਰੇ ਮਨੁੱਖ ਦੀ, ਮਨਮੁਖ ਦੀ। ਤੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਅੱਜ ਦੇ ਪਵਿੱਤਰ ਬਚਨਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਬਖਸ਼ਿਸ਼ ਕਰਦੇ ਹਨ। ਸ੍ਰੀ ਰਾਗ ਮਹੱਲਾ ਚੌਥਾ। ਨਾਮ ਮਿਲੇ ਮਨ ਤ੍ਰਿਪਤੀ ਹੈ, ਬਿਨ ਨਾਮੈ ਧ੍ਰਿਗ ਜੀ ਵਾਸ। ਪਤਾ ਲੱਗਿਆ ਕਿ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਨਾਮ ਤੋਂ ਬਗੈਰ ਮਨੁੱਖ ਕੋਲੇ ਪੂਰਾ ਸੰਸਾਰ ਹੋਵੇ ਤਾਂ ਵੀ ਰੱਜਦਾ ਨਹੀਂ। ਜੇ ਨਾਮ ਹੋਵੇ ਤੇ ਕੁਛ ਵੀ ਨਾ ਹੋਵੇ, ਰੱਜਿਆ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਾਂ ਰਸਨਾ ਨਾਮ ਧਿਆਇਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਬੇਨਤੀ ਕਰਦੇ ਹਨ ਗੁਰੂ ਅੱਗੇ। ਸਾਨੂੰ ਬੇਨਤੀ ਕਰਨੀ ਸਿਖਾਉਂਦੇ ਆ। ਉਹ ਤਾਂ ਸਾਡੇ ਮਾਲਕ ਹੈ, ਸ਼ਾਹ ਸ਼ਹਿਨਸ਼ਾਹ ਦੋ ਜਹਾਨ ਕੇ ਵਾਲੀ ਆ। ਬੈਠਾ ਸੱਚਾ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਦਿੱਤਾ ਲਈਏ ਆਪਣਾ ਅਣਦਿੱਤਾ ਕਿਛ ਹੱਥ ਨ ਆਵੇ। ਬੈਠਾ ਸੋਢੀ ਪਾਤਸ਼ਾਹ, ਸੋਢੀ ਕੁੱਲ ਚੌਥੇ ਪਾਤਸ਼ਾਹ ਤੋਂ ਚੱਲੀ ਆ ਗੁਰੂ ਪਿਆਰਿਓ। ਤੋ ਸੋਢੀਆਂ ਦੇ ਰਾਜੇ ਸਤਿਗੁਰੂ ਰਾਮਦਾਸ ਜੀ ਮਹਾਰਾਜ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਹੁਣ ਮੈਨੂੰ ਨਾਮ ਦੀ ਦਾਤ ਮਿਲ ਜਾਵੇ। ਗੁਰੂ ਕੋਲੇ ਤਾਂ ਮੈਂ ਪਹੁੰਚ ਗਿਆ, ਤੇ ਆਪਾਂ ਤਾਂ ਰੋਜ਼ ਹੀ ਆਉਣੇ ਆ, ਤੇ ਆਉਂਦਿਆਂ ਨੂੰ ਸਾਲ ਹੀ ਬੀਤ ਗਏ। ਕਈ ਵੱਡੇ ਭਾਗਾਂ ਵਾਲਿਆਂ ਤੇ ਕਿਰਪਾ ਹੋ ਗਈ ਹੈ, ਨਾਮ ਦੀ ਦਾਤ, ਅਮਰ ਦੀ ਦਾਤ ਮਿਲ ਗਈ। ਕਈ ਹਜੇ ਸੋਚੀ ਜਾਂਦੇ ਆ, ਅੱਜ ਕੱਲ ਕਰੀ ਜਾਂਦੇ ਐ, ਪਰ ਅੱਜ ਕੱਲ ਕਰਦੇ ਆ ਕਾਲ ਬਿਆਪੈ, ਪਤਾ ਨਹੀਂ ਕਦੋਂ ਮੌਤ ਆ ਜੇ। ਕੋ ਸਤਨਾਮ ਸ੍ਰੀ। ਤੋ ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਮਨਾ ਹੁਣ ਤੇਰੀਆਂ ਸਾਰੀਆਂ ਭੁੱਖਾਂ ਗੁਰੂ ਹੀ ਮਿਟਾ ਸਕਦਾ ਹੈ, ਮਾਇਆ ਤਾਂ ਨਹੀਂ ਮਿਟਾ ਸਕਦੀ। ਇਹ ਮਾਇਆ ਤਾਂ ਐਸੀ ਹੈ, ਜਿੰਨੀ ਆਈ ਜਾਵੇ ਉਨੀ ਭੁੱਖ ਵਧੀ ਜਾਂਦੀ ਹੈ। ਸੈਸ ਕੱਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨ ਆਵੈ, ਮਾਇਆ ਪਾਛੈ ਪਾਵੈ। ਇਸ ਕਰਕੇ ਇਹ ਮਨੁੱਖ ਜਿਹੜਾ ਹੈ, ਜਦੋਂ ਇਸ ਪਾਸੇ ਨੂੰ ਚੱਲ ਪੈਂਦਾ, ਜਿਵੇਂ ਅੱਜ ਦੇ ਰਾਜੇ ਮੰਤਰੀ ਸੰਤਰੀ ਜਿਹੜੇ ਹੈ ਕੇਵਲ ਆਪਦੇ ਘਰ ਭਜਨ ਤੇ ਲੱਗੇ ਹੋਏ ਆ। ਦੁਨੀਆ ਨੂੰ ਭਾਵੇਂ ਕੁਛ ਵੀ ਹੋਵੇ, ਦੁਖੀ ਹੋਵੇ, ਦੁਨੀਆ ਤੜਫੇ, ਕੁਛ ਵੀ ਕਰੇ, ਪਰ ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਸਮਾਂ ਆਉਂਦਾ ਹੈ ਨਾ, ਫਿਰ ਇਹੋ ਜਿਹੇ ਲੋਕਾਂ ਦਾ ਹਾਲਾਤ ਬੜਾ ਖਰਾਬ ਹੁੰਦਾ ਹੈ। ਕੱਲ ਆਪਾਂ ਪੜ੍ਹ ਰਹੇ ਸੀਗੇ, ਮਨ ਹਟ ਕਿਨੇ ਨ ਪਾਇਆ, ਕਰ ਉਪਾਵ ਥੱਕੇ ਸਭ ਕੋਏ। ਸਹਿਸ ਸਿਆਣਪਾਂ ਕਰ ਰਹੇ, ਮਨ ਕੋਰੈ ਰੰਗ ਨਾ ਹੋਏ। ਕੋੜ ਕਪਟ ਕਿਨੇ ਨਾ ਪਾਇਓ। ਛਲ ਫਰੇਬ ਦੇ ਨਾਲ ਕਿਸੇ ਨੂੰ ਨਾ ਸੁੱਖ ਪ੍ਰਾਪਤ ਹੋਣਾ, ਨਾ ਆਨੰਦ ਪ੍ਰਾਪਤ ਹੋਣਾ, ਨਾ ਪ੍ਰਭੂ ਪ੍ਰਾਪਤ ਹੋਣਾ। ਤੇ ਛਲ ਫਰੇਬ ਕਰਕੇ ਜਿਹੜੇ ਬੀਜ ਲਏ ਉਹ ਵੱਢਣੇ ਪੈਣੇ ਐ। ਕੂੜ ਕਪਟ ਕਿਨੇ ਨਾ ਪਾਇਓ, ਜੋ ਬੀਜੈ ਖਾਵੈ ਸੋਏ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਿ ਪਰਮੇਸ਼ਰ ਤੋਂ ਵੱਡਾ ਤਾਂ ਕੋਈ ਹੈ ਨਹੀਂ ਨਾ। ਦੁਨੀਆ ਵਿੱਚ ਭਾਵੇਂ ਦੁਨੀਆ ਇੱਕ ਦੂਜੇ ਨੂੰ ਡਰਾਉਂਦੀ ਹੈ, ਪਰ ਪਰਮੇਸ਼ਰ ਦਾ ਜਿਹੜਾ ਡੰਡਾ ਚੱਲਦਾ ਹੈ, ਖੜਕਾ ਭਾਵੇਂ ਘੱਟ ਕਰਦਾ ਪਰ ਪੀੜ ਬਹੁਤ ਕਰਦਾ। ਕੋ ਸਤਨਾਮ ਸ੍ਰੀ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ, ਆ ਮਣਾ ਗੁਰੂ ਦੇ ਕੋਲ ਚੱਲੀਏ। ਸ੍ਰੀ ਰਾਗ ਮਹੱਲਾ ਚੌਥਾ। ਨਾਮ ਮਿਲੈ ਮਨ ਤ੍ਰਿਪਤੀ ਹੈ, ਬਿਨ ਨਾਮੈ ਧ੍ਰਿਗ ਜੀ ਵਾਸ।
कोई गुरमुख सज्जन जे मिलै मैं दसै प्रभ गुणतास, हों तिस बिटों चौं खन्नी है, जे मैनू कोई मालक दा घर दस देवे। क्योंकि मालक दे तां रूह ने जानी है तो बाकी रह गया शरीर। ते पातशाह कहने मैं अपने शरीर दे 4 टोटे करके उह तों वार देवां को सतनाम सिंह। जिवें भाई मनी सिंह ने गुरु तो ही बंद बंद कटा के अपना जीवन वारिया, जिवें भाई तारू सिंह ने खोपड़ी लहा के गुरु तो वारने जाना कीता है, जिवें बीबियां ने सवा सवा मन दे पीसने पीस के मनु दी जिद नहीं मनी और खन्नी खन्नी रोटी ते गुजारा करके बच्चियां तक नूं शहीद करवा के टोटे करवा के मानो सच तो वार दिता है सब कुछ। कहो सतनाम श्री वे। यह वारना भाव अपने धर्म नूं ना छड्डना, सच नूं ना छड्डना, जिंदगी भावें चली जावे, यह वारना। ते चौथे पातशाह जी कहने मैं अपने आप नूं 4 टोटे करके मालक तो वार देवां। जे कोई मैनू मालक नाल मिला देवे उस गुरु तो बलिहारे जावां, उस सज्जन तो उस गुरमुख तो। ते गुरमुख शब्द जिहड़ा है 3 थावां ते वरत्या गया बाणी विच। ये गुरमुख शब्द परमेश्वर वास्ते भी वरत्या गया है, गुरमुख गुरां मुखां वास्ते भी ते गुरमुख गुरु वास्ते भी वरत्या गया है। इस शब्द का हिसाब किताब देखना पैंदा कि इत्थे गुरमुख शब्द किहड़े लहजे विच पातशाह जी ने लिखना कीता है। तो पातशाह जी कहते कोई गुरमुख सज्जन मैनू मालक नाल मिला देवे, मैं उस तो बलिहारे जावां। हों तिस विटों चौं खन्नी है, मैं नाम करे प्रगास। मेरे हिरदे विच मालक दा, मालक दे नाम दा प्रगास ज्ञान कर देवे, वासा कर देवे। मेरे प्रीतमा हूँ जीवा नाम ते आए। हुण पहुँच गया प्रीतम कोले। ते प्रीतम कौन है इत्थे? हिरदे दा प्यारा, प्रिया प्यारा तम। संसार दी माया रूपी अग चों कड्ढण वाला तम हुंदा अज्ञानता हनेरा। अज्ञानता दे हनेरे विचों कड्ढण वाला प्रीतम प्यारा, जिस दे नाल प्रीत प्लस मैं प्रीत करदा हां, जिस दे नाल मैं प्रीत करदा हां, मैं उसनूं बेनती करदा प्रीतमा मैनू नाम दी दात दे दे ताकि मैं अपना रहिंदा जीवन जिहड़ा नाम जप के बतीत करां। मेरे प्रीतमा हो जीवा नाम ध्याए। मैनू पता लगे है बिन नावै जीवन ना थीए। नाम तो बगैर जीवन नहीं है, मुर्दा लाशां तुरियां फिरदियां भूत प्रेतां दी तरह। हुण तुसीं कहोगे भी ये कित्थे लिखे है? ये भी प्रीतम ने बाणी च लिखिया। नाम तो बगैर मनुख भूतां प्रेतां वर्ग है। कबीर साहब जी कहते कबीरा जेह कर साध न सेवी है, हर की पूजा नाहे ते घर मरहट सारखे भूत वसै तिन माहे। वो घर जेड़े हन वो शमशान घाट वर्गे आ ते विच रहन वाले भूतां वर्गे आ। जिस घर दे विच नशा चलदा है, शराब चलदी है, विषे विकार चलदे है, फिर शराबा पी के उस घर विच लड़ाइयां हुंदियां ते भूतां दा रूप ही धार लैंदी है दुनिया। को सतनाम श्री। वो घर शमशान घाट वर्गा है, उत्थे नाम दा बीज, भगती दा बीज नहीं उगरदा। जिवें शमशान घाट च दाना नहीं उगरदा, क्योंकि अग ही अग दे नाल धरती मची हुई है, सवाह ही सवाह पई है उत्थे। को सतनाम श्री। इस करके मेरे प्रीतम जी कहंदे आ मना सज्जन कोल चलीए, प्रीतम कोल चलीए। सुन यार हमारे सज्जना एक करो बेनती है। इत्थे बड़े प्यार दे नाल
ਗੁਰੂ ਨੂੰ ਮਿੱਤਰ ਕਿਹਾ। ਯਾਰ ਫਾਰਸੀ ਦਾ ਸ਼ਬਦ ਹੈ, ਸਾਡੀ ਪੰਜਾਬੀ ਬੋਲੀ ਦਾ ਮਿੱਤਰ ਸ਼ਬਦ ਹੈ। ਸੁਣ ਯਾਰ ਹਮਾਰੇ ਸੱਜਣਾ ਇਹ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋ ਫਿਰੋਂ ਖੁਜੰਤੀਆ ਤਿਸ ਦਸ ਪਿਆਰੇ। ਅੱਛਾ ਤੈਨੂੰ ਦੱਸਾਂ, ਹਾਂ ਮਾਰੇ ਕਰ ਦਿਓ ਕਿਰਪਾ। ਫਿਰ ਕੀ ਦੇਗਾ ਭੇਟਾ? ਮਹਾਰਾਜ ਘਰੇ ਭੇਜ ਦਿਓ, ਬਾਕੀ ਬਾਡੀ ਤੁਹਾਡੀ ਹੋਈ ਆ। ਸਿਰ ਧਰੀ ਉਤਾਰੇ, ਸਿਰ ਵੱਢ ਕੇ ਤੁਹਾਡੇ ਥੱਲੇ ਧਰ ਦਿਆਂਗਾ ਬੈਠਣ ਵਾਸਤੇ। ਜੋ ਹਰ ਕੀ ਹਰ ਕਥਾ ਸੁਣਾਵੇ, ਕਹੋ ਨਾਨਕ ਕਿਆ ਦੀਜੈ ਹੈ। ਸੀਸ ਵੱਢੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਹੁਣ ਸਿਰ ਵੱਢ ਕੇ ਸੇਵਾ ਕਿਵੇਂ ਹੋਊ ਭਲਾ? ਹੰਕਾਰ ਦਾ ਸਿਰ ਵੱਢ ਕੇ, ਹੰਕਾਰ ਛੱਡ ਕੇ ਸੇਵਾ ਕਰੀਏ। ਕੋ ਸਤਨਾਮ ਉਹਨਾਂ ਦੀ ਜੋ ਸਾਨੂੰ ਪਰਮੇਸ਼ਰ ਨਾਲ ਮਿਲਾਉਂਦੇ ਐ, ਉਹਨਾਂ ਦੀ ਸੇਵਾ ਹੰਕਾਰ ਦਾ ਸਿਰ ਵੱਢ ਕੇ ਕਰੀਏ। ਮੇਰੇ ਪ੍ਰੀਤਮ ਜੀ ਕਹਿੰਦੇ, ਪ੍ਰੀਤਮਾ ਕਰੋ ਕਿਰਪਾ, ਮੈਨੂੰ ਨਾਮ ਦਿਓ। ਮੈਨੂੰ ਪਤਾ ਲੱਗਿਆ ਕਿ ਨਾਮ ਤੋਂ ਬਗੈਰ ਜੀਵਨ ਮੁਰਦਾ ਹੈ, ਲਾਸ਼ ਹੈ। ਬੰਦਾ ਹੋਏ ਸੋ ਬੰਦਗੀ ਗਾਹੈ। ਬੰਦਾ ਜਿਹੜਾ ਉਹਨੂੰ ਬੰਦਗੀ ਕਰਨੀ ਚਾਹੀਦੀ ਹੈ, ਤੇ ਬੰਦਗੀ ਗੁਰੂ ਨੂੰ ਪੁੱਛ ਕੇ ਕਰਨੀ ਚਾਹੀਦੀ ਆ। ਗੱਲ ਫੇਰ ਬਣਨੀ ਆ, ਗੁਰੂ ਦੀ ਮੋਹਰ ਲਵਾ ਲੈਣੀ ਚਾਹੀਦੀ ਆ। ਗੁਰੂ ਜੈਸਾ ਵੀ ਹੋਵੇ, ਪਰ ਸਾਡੇ ਕੋਲ ਤਾਂ ਮਹਾਨ ਗੁਰੂ ਹੈ। ਦਸਾਂ ਗੁਰੂਆਂ ਦਾ ਸਰੂਪ ਸ਼ਬਦ ਗੁਰੂ। ਪਾਤਸ਼ਾਹ ਜੀ ਕਹਿੰਦੇ, ਮਹਾਰਾਜ ਕਿਰਪਾ ਕਰੋ, ਮੈਂ ਸੁਣਿਆ ਨਾਮ ਤੋਂ ਬਗੈਰ ਜ਼ਿੰਦਗੀ ਬੇਕਾਰ ਹੈ। ਮੈਨੂੰ ਨਾਮ ਦੀ ਦਾਤ ਬਖਸ਼ ਦਿਓ। ਬਿਨ ਨਾਵੈ ਜੀਵਨ ਨਾ ਥੀਐ। ਨਾਮ ਤੋਂ ਬਗੈਰ ਇਹ ਜਿਹੜਾ ਜੀਵਨ ਹੈ, ਇਹ ਕਿਸੇ ਕੰਮ ਦਾ ਨਹੀਂ। ਮੇਰੇ ਸਤਿਗੁਰਾ ਨਾਮ ਦਿਰੜਾਏ। ਤੇ ਕਿਰਪਾ ਕਰਕੇ ਮਹਾਰਾਜ ਮੈਨੂੰ ਉਸ ਗੁਣਾਂ ਦੇ ਖਜ਼ਾਨੇ, ਗੁਣਤਾਸ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਨਾਲ ਮਿਲਾ ਦਿਓ। ਕੋਈ ਗੁਰਮੁਖ ਸੱਜਣ ਜੇ ਮਿਲੇ, ਕੋਈ ਗੁਰੂ ਦਾ ਪਿਆਰਾ ਮਿਲ ਜਾਵੇ, ਮੈਂ ਦੱਸੇ ਪ੍ਰਭ ਗੁਣਤਾਸ, ਮੇਰੇ ਮਾਲਕ ਦੇ ਬਾਰੇ ਮੈਨੂੰ ਦੱਸ ਪਾ ਦੇਵੇ, ਉਹਦੇ ਬਾਰੇ ਜੋੜ ਦੇਵੇ ਉਹਦੇ ਨਾਲ। ਗੁਣਤਾਸ ਹੁੰਦਾ ਗੁਣਾਂ ਦਾ ਖਜ਼ਾਨਾ। ਤਾਸ਼ਕੰਦ, ਤਾਸ਼ਕੰਦ ਹੁੰਦਾ ਜਿਹਦੇ ਵਿੱਚ ਕੋਈ ਚੀਜ਼ ਪਾਈ ਜਾਂਦੀ ਆ। ਜਿਵੇਂ ਤੁਸੀਂ ਪਿੰਡ ਵਿੱਚ ਬੋਟਾ ਕਹਿੰਦੇ ਹੋ, ਸ਼ਹਿਰਾਂ ਵਿੱਚ ਅਸੀਂ ਰੋਟੀਆਂ ਵਾਲਾ ਡੱਬਾ ਕਹਿ ਦਿੰਦੇ ਆ। ਪਿੰਡਾਂ ਵਿੱਚ ਉੱਤੇ ਇੱਕ ਛਾਬਾ ਟੰਗਿਆ ਹੁੰਦਾ, ਉਹ ਵੀ ਤਾਸ਼ ਹੈ। ਇਹ ਛਾਬੇਦਾਰ ਤਾਸ਼ ਹੈ। ਤੋ ਗੁਰੂ ਜਿਹੜਾ ਹੈ, ਪਰਮੇਸ਼ਰ ਜਿਹੜਾ ਹੈ, ਇਹ ਗੁਣਾਂ ਦਾ ਖਜ਼ਾਨਾ ਹੈ। ਕੋਈ ਮੈਨੂੰ ਗੁਣਾਂ ਦੇ ਖਜ਼ਾਨੇ ਮਾਲਕ ਨਾਲ ਮਿਲਾ ਦੇਵੇ, ਉਹਦੇ ਬਾਰੇ ਦੱਸ ਦੇਵੇ। ਬਿਨ ਨਾਵੇ ਜੀਵਨ ਨਾ ਥੀਐ, ਕਿਉਂਕਿ ਨਾਮ ਤੋਂ ਬਗੈਰ ਜੀਵਨ ਬੇਕਾਰ ਹੈ। ਮੇਰੇ ਸਤਿਗੁਰ ਨਾਮ ਦਿੜਾਏ ਰਹਾਓ। ਜਦੋਂ ਕਿਸੇ ਦੇ ਅੰਦਰ ਖਿੱਚ ਪੈਦਾ ਹੋਈ, ਬਰਾਗ ਪੈਦਾ ਹੋਇਆ, ਜਿਵੇਂ ਗੁਰੂ ਰਾਮਦਾਸ ਜੀ ਅੰਦਰ ਹੋਇਆ, ਜਿਵੇਂ ਰਾਜੇ ਸ਼ਿਵਨਾਗ ਦੇ ਅੰਦਰ ਹੋਇਆ। ਮਨਸੁਖ ਨਾਮ ਦਾ ਇੱਕ ਸੇਠ ਵਪਾਰੀ ਵਪਾਰ ਕਰਦਾ ਹੋਇਆ, ਵੱਡਾ ਵਪਾਰੀ ਹੈ, ਬਾਬੇ ਨਾਨਕ ਦਾ ਇਹ ਸਿੱਖ ਬਣ ਚੁੱਕਿਆ, ਲਾਹੌਰ ਦਾ ਰਹਿਣ ਵਾਲਾ ਹੈ। ਇੱਕ ਵਾਰ ਬਾਬੇ ਨਾਨਕ ਨੇ ਆਪਣੇ ਭਗੀਰਥ ਨੂੰ ਭੇਜਿਆ ਸੀਗਾ ਵੀ ਜਾ ਲਾਹੌਰੋਂ ਮਰਦਾਨੇ ਦੀ ਲੜਕੀ ਦਾ ਦਾਜ ਲੈ ਕੇ ਆ, ਜੋ ਇਹਨੂੰ ਸਮਾਨ ਚਾਹੀਦਾ ਬੱਚੀ ਦਾ ਵਿਆਹ ਕਰਨ ਵਾਸਤੇ, ਲਾਹੌਰ ਤੋਂ ਮਿਲਣਾ ਜਾਂ ਲੈ ਕੇ ਆ। ਉਹ ਭਗੀਰਥ ਗਿਆ ਤੇ ਗਿਆ ਮਨਸੁਖ ਦਾਸ ਵਪਾਰੀ ਦੀ ਦੁਕਾਨ ਤੇ। ਉੱਥੋਂ ਸਾਰਾ ਸਮਾਨ ਮਿਲਿਆ, ਇੱਕ ਚੂੜਾ ਨਹੀਂ ਸੀ ਮਿਲਦਾ, ਉਹ ਬਣਵਾਉਣਾ ਪੈਂਦਾ ਸੀਗਾ। ਤੇ ਉਹਨੇ ਕਿਹਾ ਵੀ 2-4 ਦਿਨ ਰਹਿਣਾ ਪਊਗਾ। ਕਹਿੰਦਾ ਇੱਕ ਰਾਤ ਤੋਂ ਵੱਧ ਨਹੀਂ ਕੱਟਣੀ ਮੈਂ ਇੱਥੇ। ਫਿਰ ਉਹ ਕਹਿੰਦਾ ਵੀ ਅੱਜ ਤਾਂ ਨਹੀਂ ਮਿਲਣਾ, ਇਹੋ ਜਿਹਾ ਕੀ ਗੱਲ ਹੈ? ਕਹਿੰਦੇ ਮੇਰਾ ਜੀਵਨ ਬਰਬਾਦ ਹੋ ਜੂ, ਮੇਰਾ ਗੁਰੂ ਦਾ ਹੁਕਮ ਹੈ ਕਿ ਇੱਕੋ ਹੀ ਰਾਤ ਕੱਟਣੀ, ਅਗਲੀ ਰਾਤ ਨਹੀਂ ਕੱਟਣੀ। ਉਹ ਕਹਿੰਦਾ ਇਹੋ ਜਿਹਾ ਕਿਹੋ ਜਿਹਾ ਗੁਰੂ ਹੈ ਜਿਹੜਾ ਤੇਰਾ ਜੀਵਨ ਬਰਬਾਦ ਹੋ ਜੂ ਜੇ ਵੱਧ ਰਾਤ ਕੱਟ ਲਈ?
ਉਹ ਕਹਿੰਦਾ ਇਹੋ ਜਿਹਾ ਹੀ ਹੈ। ਕਹਿੰਦਾ ਜੇ ਇੰਨਾ ਚੰਗਾ ਉਹ ਗੁਰੂ ਹੈ ਤਾਂ ਮੈਂ ਚੂੜਾ ਸਾਡੇ ਘਰੇ ਪਿਆ ਇੱਕ ਉਹ ਭੇਟ ਕਰ ਦੂੰਗਾ ਜੇ ਉਹਨੇ ਮੇਰੇ ਦਿਲ ਦੀ ਬੁੱਝ ਲਈ। ਕਹਿਣ ਲੱਗਿਆ ਠੀਕ ਹੈ। ਸਮਾਨ ਸਾਰਾ ਲਿਆ। ਦੂਜੇ ਦਿਨ ਚੱਕ ਕੇ ਸਮਾਨ ਸੁਲਤਾਨਪੁਰ ਆ ਗਏ। ਜਦੋਂ ਮੋਦੀ ਖਾਨੇ ਤੇ ਪਹੁੰਚੇ ਦੋਨੇ ਜਣੇ ਬਾਬੇ ਨਾਨਕ ਦੇ ਸਾਹਮਣੇ, ਤੇ ਵੇਖ ਕੇ ਭਗੀਰਥ ਨੂੰ ਕਹਿੰਦੇ ਆ ਭਗੀਰਥ ਸਾਡੀ ਖੁਸ਼ਬੂ ਲਾਹੌਰ 'ਚ ਵੀ ਛੱਡਿਆ ਆ ਮਨ ਸੁਖ ਨੂੰ ਵੀ ਮਨ ਦਾ ਸੁੱਖ ਦੇ ਦਿੱਤਾ ਤੂੰ ਕੋ ਸਤਨਾਮ ਸੀ। ਉਹਨੇ ਇਹੀ ਸੋਚਿਆ ਸੀਗਾ ਵੀ ਜੇ ਮੈਨੂੰ ਨਾਂ ਲੈ ਕੇ ਬੁਲਾ ਲੈਣ ਤਾਂ ਮੈਂ ਸਮਝੂ ਅੰਤਰਜਾਮੀ ਆ ਕੋ ਸਤਨਾਮ ਸੀ। ਪਹਿਲਾਂ ਮਿਲਿਆ ਨਹੀਂ ਕਦੇ, ਅੱਜ ਪਹਿਲੀ ਵਾਰ ਮਿਲਣਾ। ਜੇ ਮੈਨੂੰ ਮੇਰਾ ਨਾਂ ਲੈ ਕੇ ਬੁਲਾ ਲਿਆ ਤੇ ਮੈਂ ਉਹਨਾਂ ਦੇ ਪੈਰੀਂ ਪੈ ਜੂ, ਮੈਂ ਵੀ ਉਹਨਾਂ ਦਾ ਚੇਲਾ ਬਣ ਜੂ, ਸੇਵਕ ਬਣ ਜੂ, ਸਿੱਖ ਬਣ ਜੂ। ਤੇ ਜਦੋਂ ਪਾਤਸ਼ਾਹ ਨੇ ਨਾਮ ਲੈ ਕੇ ਕਿਹਾ ਅੱਜ ਤਾਂ ਮਨ ਸੁੱਖ ਨੂੰ ਵੀ ਮਨ ਦਾ ਸੁੱਖ ਦੇ ਦਿੱਤਾ, ਆ ਜਾ ਬਹਿ ਜਾ। ਬਸ ਫਿਰ ਕੀ ਸੀਗਾ, ਪੈਰੀਂ ਪੈ ਗਿਆ। ਪਾਤਸ਼ਾਹ ਨਾਲ ਸੰਗਤ ਹੁੰਦੀ ਰਹੀ। ਫਿਰ ਆਪਣਾ ਗਿਆ ਇਹ ਵਪਾਰ ਕਰਨ, ਤੇ ਪਾਤਸ਼ਾਹ ਜੀ ਤੋਂ ਜਾਂਦਾ ਹੋਇਆ ਇਹ ਨਿਤਨੇਮ ਦੀ ਬਾਣੀ ਔਰ ਹੁਕਮ ਲੈ ਗਿਆ ਜੋ ਸਤਿਗੁਰ ਨੇ ਹੁਕਮ ਲਾਏ ਨੇ। ਉੱਥੇ ਜਾ ਕੇ ਉਹ ਵਰਤਨੇ ਕੀਤੇ। ਉੱਥੋਂ ਦੇ ਲੋਕ ਸੰਗਲਾ ਦੀਪ ਦੇ ਦੇਵੀ ਨੂੰ ਪੂਜਦੇ ਸੀ, ਮੂਰਤੀ ਪੂਜਾ ਕਰਦੇ, ਮੰਦਿਰਾਂ ਜਾਂਦੇ ਸੀ, ਗਿਆਰਸ ਦਾ ਵਰਤ ਰੱਖਦੇ ਸੀ। ਇਹਨੇ ਗਿਆਰਸ ਨੂੰ ਵਰਤ ਵੀ ਨਾ ਰੱਖਣਾ। ਬਾਬਾ ਕਹਿੰਦਾ ਤੜਕੇ ਉੱਠ ਕੇ ਨਿਤਨੇਮ ਕਰਨਾ, ਫਿਰ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ ਆ, ਫਿਰ ਨੇੜੇ ਫਿਰਦਿਆਂ ਨੂੰ ਆਵਾਜ਼ ਮਾਰ ਕੇ ਵੰਡਣੀ ਆ, ਫਿਰ ਆਪ ਖਾਣੀ ਆ। ਇਹਨੇ ਰੋਜ਼ ਦੇਗ ਬਣਾਉਣੀ। ਤੇ ਜਿੱਦੇ ਗਿਆਰਸ ਲੰਘੀ ਤੇ ਪਿੰਡ ਵਾਲਿਆਂ ਨੇ ਸੋਚਿਆ ਬਈ ਇਹ ਬੰਦਾ ਜਿਹੜਾ ਲੱਗਦਾ ਹਿੰਦੂ ਵਪਾਰੀ ਹੈ, ਸੇਠ ਹੈ, ਪਰ ਇਹ ਮੰਦਿਰ 'ਚ ਨਹੀਂ ਆਉਂਦਾ ਗਾ, ਗਿਆਰਸ ਦਾ ਵਰਤ ਨਹੀਂ ਰੱਖਦਾ। ਅੱਜ ਫੇਰ ਦੇਗ ਬਣਾਈ ਬੈਠਾ। ਕਿਸੇ ਨੇ ਸ਼ਿਕਾਇਤ ਲਾਤੀ ਰਾਜੇ ਕੋਲ। ਰਾਜੇ ਨੇ ਸੱਦਿਆ, ਕਹਿਣ ਤੂੰ ਵਰਤ ਨਹੀਂ ਰੱਖਦਾ। ਤੇ ਮਨਸੁਖ ਦਾਸ ਨੇ ਫਿਰ ਬਾਬੇ ਨਾਨਕ ਦਾ ਸਾਰਾ ਗਿਆਨ ਉਹਨੂੰ ਸੁਣਾਉਣਾ ਕੀਤਾ। ਆਪਾਂ ਸ਼ਾਰਟ ਵਿੱਚ ਗੱਲ ਕਰੀਏ। ਜਦੋਂ ਸਾਰੀ ਕਹਾਣੀ ਸੁਣਾਉਣੀ ਕੀਤੀ, ਉਹ ਕਹਿਣ ਲੱਗਿਆ ਤੜਕੇ ਉੱਠ ਕੇ ਤੂੰ ਨਹਾਉਂਦਾ ਨਹੀਂ ਗਾ। ਕਹਿੰਦੇ ਨਹਾਉਣ ਦਾ ਸਮਾਂ ਹੈ ਪਹਿਰ ਰਾਤ ਰਹਿੰਦੀ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ। ਜਿਹੜਾ ਦਿਨ ਚੜ੍ਹੇ ਨਹਾਉਣਾ ਉਹ ਤਾਂ ਐਵੇਂ ਜੀਵਾਂ ਨੂੰ ਦੁੱਖ ਦੇਣਾ ਹੈ, ਕਿਉਂਕਿ ਦਿਨ ਚੜ੍ਹੇ ਤਾਂ ਮੱਛੀਆਂ ਵੀ ਉੱਠ ਖੜ੍ਹਦੀਆਂ ਨੇ, ਰਾਤ ਨੂੰ ਉਹ ਵੀ ਸੁੱਤੀਆਂ ਹੁੰਦੀਆਂ, ਥੱਲੇ ਬੈਠੀਆਂ ਹੁੰਦੀਆਂ। ਤੇ ਜਦੋਂ ਸਾਰਾ ਗਿਆਨ ਦੱਸਿਆ, ਵਰਤ ਦੀ ਗੱਲ ਕੀਤੀ, ਵਰਤ ਨਹੀਂ ਰੱਖਦਾ ਤੂੰ। ਕਹਿੰਦਾ ਮੈਂ ਵਿਕਾਰਾਂ ਤੋਂ ਵਰਤ ਰੱਖਿਆ। ਮੇਰਾ ਗੁਰੂ ਕਹਿੰਦਾ ਥੋੜਾ ਖਾਣਾ ਚਾਹੀਦਾ, ਥੋੜਾ ਸੌਣਾ ਚਾਹੀਦਾ, ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ। ਜਦੋਂ ਇਹ ਸਾਰਾ ਗਿਆਨ ਦੀਆਂ ਗੱਲਾਂ ਸਮਝਾਈਆਂ ਰਾਜੇ ਨੂੰ, ਰਾਜਾ ਪ੍ਰਭਾਵਿਤ ਹੋਇਆ। ਕਹਿੰਦਾ ਮੈਨੂੰ ਤੇਰਾ ਗੁਰੂ ਮਿਲਾ, ਲੈ ਕੇ ਚੱਲ। ਹੁਣ ਰੋਜ਼ ਸਤਸੰਗ ਹੋਣ ਲੱਗੀ। ਮਨਸੁਖ ਕੰਮ ਤੋਂ ਵਿਹਲਾ ਹੋ ਕੇ ਉਹਦੇ ਕੋਲੇ ਵਗ ਜਾ ਕਰੇ, ਰਾਜੇ ਕੋਲੇ। ਕਈ ਦਿਨ ਸਤਸੰਗ ਚੱਲਦੀ ਰਹੀ। ਰਾਜਾ ਬੜਾ ਹੀ ਪ੍ਰਭਾਵਿਤ ਹੋਇਆ ਬਾਬੇ ਨਾਨਕ ਦੀਆਂ ਵਿਚਾਰਾਂ ਸੁਣ ਕੇ। ਕਹਿੰਦਾ ਮੈਨੂੰ ਤੇਰੇ ਗੁਰੂ ਨਾਨਕ ਨਾਲ ਮਿਲਾ। ਮਨਸੁਖ ਕਹਿੰਦਾ ਵੀ ਇੱਦਾਂ ਨਹੀਂ ਮਿਲਦਾ, ਉਹ ਤੈਨੂੰ ਜਾਣ ਦੀ ਲੋੜ ਨਹੀਂ। ਜੇ ਉਹ ਅੰਤਰਜਾਮੀ ਆ ਤੇ ਇੱਥੇ ਹੀ ਆਊਗਾ ਤੇਰੇ ਕੋਲ ਚੱਲ ਕੇ, ਤੂੰ ਇੱਥੇ ਬਹਿ ਕੇ ਯਾਦ ਕਰ। ਰਾਜਾ ਕਹੇ ਤੇਰਾ ਸਮਾਨ ਦੇ ਪੈਸੇ ਮੈਥੋਂ ਲੈ, ਸਿੱਟ ਇਹਨੂੰ ਸਟੋਰ 'ਚ, ਤੂੰ ਮੇਰੇ ਨਾਲ ਚੱਲ। ਉਹ ਕਹਿੰਦਾ ਮੈਂ ਨਾਲ ਨਹੀਂ ਲੈ ਕੇ ਜਾਂਦਾ, ਇੱਥੇ ਬੈਠੋ। ਤੇ ਉਹ ਇੱਥੇ ਹੀ ਆਉਣਗੇ। ਫਿਰ ਰਾਜੇ ਨੂੰ ਐਸਾ ਬਰਾਗ ਲੱਗਿਆ, ਸਾਰਾ ਦਿਨ ਗੁਰੂ ਨਾਨਕ ਕਰਦਾ ਰਿਹਾ। ਉਹਨੂੰ ਐਡਰੈਸ ਦੇ ਕੇ ਆ ਗਿਆ ਵੀ ਉਹ ਨਨਕਾਣਾ ਸਾਹਿਬ ਦੇ ਵਿੱਚ ਪੈਦਾ ਹੋਏ ਆ, ਖੱਤਰੀਆਂ ਦੇ ਪੁੱਤਰ ਹਨ, ਮਹਿਤਾ ਕਾਲੂ ਦੇ, ਔਰ ਨਾਮ ਉਹਨਾਂ ਦਾ ਨਾਨਕ ਹੈ। ਸੁਲਤਾਨਪੁਰ ਉਹਨਾਂ ਨੇ ਮੋਦੀਖਾਨਾ ਪਾਇਆ ਹੋਇਆ ਹੈ। ਇਸ ਤਰ੍ਹਾਂ ਗੁਰੂ ਪਿਆਰਿਓ ਸਾਰਾ ਐਡਰੈਸ ਦੇ ਆਇਆ। ਹੁਣ ਜਦੋਂ ਰਾਜਾ ਵਿਰਾਗਮਾਨ ਹੋਇਆ ਤੇ ਕਈ ਪਖੰਡੀ ਸਾਧ ਉੱਥੇ ਨਾਨਕ ਬਣ ਕੇ ਜਾਣ ਲੱਗੇ। ਜਦੋਂ ਕੋਈ ਜਾ ਕੇ ਕਹੇ ਕਿ ਮੈਂ ਨਾਨਕ ਹਾਂ, ਰਾਜਾ ਵਿਚਾਰਾ ਵਿਰਾਗ 'ਚ ਭੱਜਿਆ ਆਵੇ, ਗਾਂ ਜਾ ਕੇ ਪੂਰਾ ਜੱਜਮੈਂਟ ਕਰੇ, ਐਡਰੈਸ ਪੁੱਛੇ, ਪੂਰਾ ਜਾਣਕਾਰੀ ਲਵੇ, ਤੇ ਉਹ ਕੋਈ ਹੋਰ ਹੀ ਨਿਕਲੇ। ਫਿਰ ਰਾਜੇ ਨੇ ਫਫੇ ਕੁੱਟਣੀਆਂ ਇਸਤਰੀਆਂ ਦੀ ਡਿਊਟੀ ਲਾਈ ਵੀ ਜਦੋਂ ਕੋਈ ਇੱਥੇ ਨਾਨਕ ਬਣ ਕੇ ਕਹੇ ਨਾ ਮੈਂ ਨਾਨਕ ਹਾਂ, ਉਹਦੀ ਪ੍ਰੀਖਿਆ ਲਓ। ਦੇਖੋ ਲਾਲਚ ਵਿੱਚ ਡਿੱਗਦਾ, ਕੋਈ ਵਸਤੂ ਲੈ ਕੇ ਉਹ ਖੁਸ਼ ਹੁੰਦਾ, ਜਾਂਦਾ ਘਰ ਨੂੰ ਆਪਦੇ। ਜੇ ਲਾਲਚ ਤੋਂ ਵੀ ਟੱਪ ਜਾਂਦਾ ਫਿਰ ਕਾਮ ਵਾਸ਼ਨਾ 'ਚ ਤਾਂ ਨਹੀਂ ਡਿੱਗਦਾ ਕਿਤੇ ਉਹ। ਤੁਸੀਂ ਉਹਨਾਂ ਨੂੰ ਪਰਖਣਾ ਕਰੋ। ਤੇ ਵਜ਼ੀਰ ਦੇ ਨਾਲ ਉਹ ਇਸਤਰੀਆਂ ਆਉਂਦੀਆਂ ਤੇ ਪਰਖਦੀਆਂ ਉਹ ਸਾਧ ਨੂੰ ਜਿਹੜਾ ਉੱਥੇ ਨਾਨਕ ਬਣ ਕੇ ਜਾਂਦਾ।
ਵਜ਼ੀਰ ਪਹਿਲਾਂ ਪੈਸੇ ਦਾ ਲਾਲਚ ਦਿੰਦਾ, ਕੋਈ ਪੈਸੇ ਲੈ ਕੇ ਮੁੜੇ ਆਉਂਦਾ ਨਾਨਕ ਬਣ ਕੇ। ਜਿਹੜਾ ਪੈਸੇ ਨਹੀਂ ਲੈਂਦਾ ਫਿਰ ਉਸ ਨੂੰ ਉਹ ਬੀਬੀਆਂ ਕਹਿੰਦੀਆਂ ਜੀ ਅਸੀਂ ਤੁਹਾਡੀ ਸੇਵਾ ਕਰਨੀ ਆ। ਕਈ ਉਸ ਵੱਟ ਤੋਂ ਤਿਲਕ ਜਾਂਦੇ ਆ, ਵਜ਼ੀਰ ਉਹਨਾਂ ਨੂੰ ਭਜਾ ਦਿੰਦਾ। ਕਹੋ ਸਤਨਾਮ ਸ੍ਰੀ। ਅਖੀਰ ਬਾਬਾ ਨਾਨਕ ਜੀ ਖੁਦ ਪਹੁੰਚ ਗਏ ਉੱਥੇ, ਜਾ ਕੇ ਉਹਨਾਂ ਦੇ ਕਾਲੇ ਬਾਗ ਵਿੱਚ ਬੈਠ ਗਏ। ਕਾਲਾ ਬਾਗ ਤਾਂ ਨਾਂ ਪਿਆ ਸੀਗਾ ਕਿ ਉਹ ਸੁੱਕ ਗਿਆ ਸੀ, ਬਿਲਕੁਲ ਕਾਲੇ ਹੋ ਗਏ ਸੀ ਪੌਦੇ ਸਾਰੇ ਬਾਗ ਦੇ। ਤੇ ਜਦੋਂ ਬਾਬਾ ਜੀ ਉੱਥੇ ਜਾ ਕੇ ਬੈਠੇ ਤੇ ਉਹ ਬਾਗ ਹਰਾ ਹੋ ਗਿਆ। ਮਾਲੀ ਨੇ ਜਾ ਕੇ ਦੱਸਿਆ ਜੀ ਇੱਕ ਸਾਧ ਹੋਰ ਆਇਆ, ਸ਼ਾਇਦ ਇਹ ਨਾਨਕ ਹੀ ਹੋਵੇ। ਕੋ ਸਤਨਾਮ ਸੀ। ਉਹ ਰਾਜੇ ਨੇ ਪਹਿਲਾਂ ਫਫੇ ਕੁੱਟਣੀਆਂ ਇਸਤਰੀਆਂ ਭੇਜੀਆਂ, ਵਜ਼ੀਰ ਭੇਜਿਆ। ਵਜ਼ੀਰ ਨੇ ਹੀਰੇ ਮੋਤੀਆਂ ਦੀ ਥਾਲੀ ਪੇਸ਼ ਕੀਤੀ। ਪਾਤਸ਼ਾਹ ਕਹਿੰਦੇ ਰੋਟ ਸਾਡੇ ਕਿਸ ਕੰਮ ਹੈ। ਭੋਜਨ ਪੇਸ਼ ਕੀਤਾ। ਪਾਤਸ਼ਾਹ ਕਹਿੰਦੇ ਨਾਨਕ ਸਿਫਤੀ ਰਜਿਆ। ਕੱਪੜੇ ਪੇਸ਼ ਕੀਤੇ, ਕਹਿੰਦੇ ਮਹਾਰਾਜ ਨਵੇਂ ਚੋਲਾ ਪਾ ਲਓ। ਕਹਿੰਦੇ ਨਹੀਂ ਸਾਡਾ ਆਹੀ ਠੀਕ ਆ। ਅਖੀਰ ਉਹ ਬੀਬੀਆਂ ਕਹਿੰਦੀਆਂ ਜੀ ਸਾਡੀ ਡਿਊਟੀ ਲਾਈ ਹੈ ਰਾਜਾ ਸਾਹਿਬ ਨੇ, ਜਦੋਂ ਕੋਈ ਇੱਥੇ ਸਾਧੂ ਆਵੇ ਉਹਦੀ ਮੁੱਠੀ ਚਾਪੀ ਕਰੋ, ਉਹਦੀ ਸੇਵਾ ਕਰੋ। ਬਾਬਾ ਜੀ ਹੱਥ ਬੰਨ੍ਹ ਕਹਿੰਦੇ ਬੇਟਾ ਤੁਸੀਂ ਆਪਣੇ ਘਰ ਵਾਲਿਆਂ ਦੀ ਸੇਵਾ ਕਰੋ। ਕੋਈ ਸਤਨਾਮ ਸੀ। ਲਓ ਜੀ ਇੱਥੇ ਬਹੁਤ ਸਾਧ ਆਉਂਦੇ ਆ, ਅਸੀਂ ਹਰੇਕ ਸਾਧ ਦੀ ਸੇਵਾ ਕਰਦੀਆਂ। ਬਾਬਾ ਜੀ ਕਹਿੰਦੇ ਉਹ ਸਾਧ ਨਹੀਂ ਹੋਣਗੇ। ਜਗ ਕਊਆ ਨਾਮ ਨਹੀਂ ਚੀਤ, ਨਾਮ ਵਿਸਾਰ ਗਿਰਿਆ ਦੇਖ ਭੀਤ। ਉਹ ਕਾਂ ਬਿਰਤੀ ਵਾਲੇ ਹੋਣਗੇ, ਉਹ ਸਾਧੂ ਬਿਰਤੀ ਵਾਲੇ ਨਹੀਂ ਬੰਦੇ ਹੋਣੇ। ਉਹ ਤਾਂ ਜਿੱਥੇ ਬੁਰਕੀ ਦੇਖਦੇ ਉੱਥੇ ਹੀ ਡਿੱਗ ਪੈਂਦੇ ਆ। ਨਾਮ ਵਿਸਾਰ ਗਿਰਿਆ ਦੇਖ ਭੀਤ, ਗਾਛੋ ਪੁੱਤਰੀ ਰਾਜਕੁਮਾਰ ਧੀਓ। ਜੇ ਤੁਸੀਂ ਸੇਵਾ ਕਰਨੀ ਹੈ ਤੇ ਵਿਆਹ ਕਰਾਓ ਰਾਜਕੁਮਾਰਾਂ ਨਾਲ, ਤੇ ਉਹਨਾਂ ਦੀ ਆਪਣੇ ਪਤੀਆਂ ਦੀ ਸੇਵਾ ਕਰੋ। ਕੋਈ ਸਤਨਾਮ ਸ੍ਰੀ। ਨਾ ਭਣੋ ਸੱਚ ਦੌੜ ਸਮਾਰ, ਦਿਮਾਗ ਨੂੰ ਟਿਕਾਣੇ ਕਰਕੇ, ਮਤ ਨੂੰ ਟਿਕਾਣੇ ਕਰੋ, ਨਾਮ ਜਪਿਆ ਕਰੋ। ਤੁਸੀਂ ਮੈਨੂੰ ਮੋਹ ਨਾਈਓ, ਮੈਨੂੰ ਪਤਾ ਲੱਗ ਗਿਆ। ਮੋਹਨ ਮੋਹੇ ਲਿਆ ਮਨ ਮੋਹੇ, ਮੈਨੂੰ ਤਾਂ ਪਰਮੇਸ਼ਰ ਨੇ ਮੋਹ ਲਿਆ, ਹੁਣ ਮੈਨੂੰ ਉਦੋਂ ਚੰਗਾ ਕੋਈ ਦਿਸਦਾ ਹੀ ਨਹੀਂ। ਕੋ ਸਤਨਾਮ ਸ੍ਰੀ। ਤੁਸੀਂ ਮੈਨੂੰ ਕਿਹਾ ਮੋਹੋਗੀਆਂ। ਇਸ ਤਰ੍ਹਾਂ ਪਾਤਸ਼ਾਹ ਨੇ ਗਿਆਨ ਦਿੱਤਾ। ਜਦ ਸਣੇ ਵਜ਼ੀਰ ਨੂੰ, ਸਣੇ ਉਹਨਾਂ ਬੀਬੀਆਂ ਨੂੰ, ਸਾਰੀਆਂ ਬੜੀਆਂ ਪ੍ਰਭਾਵਿਤ ਹੋਈਆਂ, ਪੈਰੀ ਪਈਆਂ। ਔਰ ਪਾਤਸ਼ਾਹ ਨੇ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਦੀ ਮਾੜੀ ਸੋਚ ਵੀ ਖਤਮ ਕਰ ਦਿੱਤੀ ਦਿਮਾਗ 'ਚੋਂ। ਉਹਨਾਂ ਦੀ ਬੁੱਧੀ ਬਦਲ ਦਿੱਤੀ, ਮਤ ਬਦਲ ਦਿੱਤੀ, ਗੁਰਮਤ ਦੇ ਦਿੱਤੀ, ਮਨਮਤ ਖਤਮ ਕਰਤੀ। ਉਹਨਾਂ ਦੇ ਦਿਮਾਗ 'ਚੋਂ ਵਾਸ਼ਨਾ ਹੀ ਖਤਮ ਕਰ ਦਿੱਤੀ ਪਾਤਸ਼ਾਹ ਨੇ। ਫਿਰ ਉਹਨਾਂ ਬੀਬੀਆਂ ਨੇ ਤੇ ਵਜ਼ੀਰ ਨੇ ਜਾ ਕੇ ਦੱਸਿਆ ਰਾਜਾ ਸਾਹਿਬ ਇਹੋ ਹੀ ਨਾਨਕ ਹੈ, ਇਹ ਕਿਸੇ ਗੱਲ ਤੋਂ ਤਿਲਕਿਆ ਨੀਗਾ ਔਰ ਕੋਈ ਇਸ ਨੇ ਸਾਥੋਂ ਸੇਵਾ ਨਹੀਂ ਕਰਾਈ, ਇਹ ਵਾਕਿਆ ਹੀ ਗੁਰੂ ਨਾਨਕ ਹੈ। ਫਿਰ ਰਾਜਾ ਬਰਾਗਮਈ ਹੋ ਕੇ ਮਿਲਣ ਆਇਆ ਸੀ। ਬਾਬਾ ਨੂੰ ਕਹਿੰਦੇ ਸਾਡੇ ਮਹਿਲਾਂ ਚਲੋ। ਕਹਿੰਦੇ ਅਸੀਂ ਕਿਸੇ ਦੇ ਘਰੇ ਨਹੀਂ ਜਾਂਦੇ, ਅਸੀਂ ਸਾਂਝੇ ਥਾਂ 'ਤੇ ਜਾਵਾਂਗੇ, ਤੂੰ ਧਰਮਸ਼ਾਲਾ ਬਣਵਾ। ਫਿਰ ਉੱਥੇ ਸਾਰੇ ਪਿੰਡ ਨੂੰ ਸੱਦੀ, ਫਿਰ ਉੱਥੇ ਬੈਠ ਕੇ ਸਤਸੰਗ ਕਰਾਂਗੇ। ਰਾਜੇ ਨੇ ਧਰਮਸ਼ਾਲਾ ਬਣਵਾਈ, ਮਿਸਤਰੀ ਮਜ਼ਦੂਰ ਲਾ ਕੇ ਮਿੰਟੋ ਮਿੰਟੀ ਬਣਾ ਦਿੱਤੀ। ਫਿਰ ਜਦ ਲੈਣ ਆਇਆ ਬਾਬਾ ਜੀ ਜਾਣ ਕੇ ਅਲੋਪ ਹੋ ਗਏ ਤੇ ਰਾਜੇ ਦਾ ਬਰਾਗ ਵੱਧ ਗਿਆ। ਕੋ ਸਤਨਾਮ ਸ੍ਰੀ। ਐਸਾ ਬਰਾਗ ਵਧਿਆ ਰਾਜੇ ਦੇ ਅੰਦਰ। ਗੁਰੂ ਪਿਆਰਿਓ, ਜਦੋਂ ਪਤਾ ਲੱਗਿਆ ਵੀ ਬਾਗ ਦੇ ਵਿੱਚ ਬਾਬਾ ਨਾਨਕ ਹੈ ਨਹੀਂ ਤਾਂ ਉਹ ਹੈਰਾਨ ਹੋਇਆ। ਤੇ ਹੈਰਾਨ ਹੋਇਆ ਬਰਾਗ ਦੇ ਵਿੱਚ ਕਮਲਾ ਹੋ ਗਿਆ ਤੇ ਜੰਗਲਾਂ ਵਿੱਚ ਭੱਜਿਆ ਫਿਰਦਾ ਹੈ। ਬੇ ਨਾਵੇ ਜੀਵਨ ਨਾ ਥੀਐ, ਮੇਰੇ ਸਤਿਗੁਰਾ ਨਾਮ ਦਿਰੜਾਏ ਰਹਾਓ। ਪਰ ਜਦੋਂ ਮਿਲਣ ਦਾ ਸਮਾਂ ਆਇਆ, ਧਰਮਸ਼ਾਲਾ ਬਣਾ ਕੇ ਆਇਆ ਤੇ ਬਾਬਾ ਨਾਨਕ ਜੀ ਜਾਣ ਕੇ ਅਲੋਪ ਹੋ ਗਏ ਉੱਥੋਂ। ਫਿਰ ਇਹ ਜੰਗਲਾਂ ਨੂੰ ਚੜ੍ਹ ਗਿਆ, ਭੱਜਿਆ ਫਿਰਦਾ ਹੈ ਔਰ ਦਰਖਤਾਂ ਨੂੰ, ਨਦੀਆਂ ਨੂੰ, ਪੰਛੀਆਂ ਨੂੰ, ਪਸ਼ੂਆਂ ਨੂੰ ਪੁੱਛਦਾ ਫਿਰਦਾ, ਇੱਥੇ ਨਾਨਕ ਨਹੀਂ ਦੇਖਿਆ? ਇੱਥੇ ਨਾਨਕ ਆਇਆ ਸੀ, ਤੁਸੀਂ ਦੇਖਿਆ ਨੀਗਾ? ਭੱਜਦਾ ਭੱਜਦਾ ਕਮਲਾ ਹੋਇਆ, ਹੰਭ ਕੇ ਡਿੱਗ ਪਿਆ ਇੱਕ ਥਾਂ ਤੇ, ਬੇਹੋਸ਼ ਹੋ ਗਿਆ। ਫਿਰ ਉੱਥੇ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਔਰ ਇਸ ਨੂੰ ਹੋਸ਼ ਵਿੱਚ ਲਿਆਂਦਾ, ਮੂੰਹ ਵਿੱਚ ਪਾਣੀ ਪਾ ਕੇ। ਜਦ ਹੋਸ਼ ਆਈ, ਰਾਜਾ ਕਹਿੰਦਾ ਮਹਾਰਾਜ ਤੁਸੀਂ ਕਿੱਧਰ ਭੱਗ ਗਏ ਸੀ? ਕਹਿੰਦੇ ਤੂੰ ਵੀ ਮੈਨੂੰ ਪਰਖਿਆ ਸੀਗਾ ਪਹਿਲਾਂ ਤੇ ਮੈਂ ਵੀ ਤੈਨੂੰ ਪਰਖਿਆ। ਕੋ ਸਤਨਾਮ ਸ੍ਰੀ। ਫਿਰ ਪਾਤਸ਼ਾਹ ਉਹਦੀ ਧਰਮਸ਼ਾਲਾ ਵਿੱਚ ਗਏ। ਫਿਰ ਰਾਜੇ ਰਾਣੀ ਨੇ ਮੱਥਾ ਟੇਕਿਆ, ਪੂਜਾ ਕੀਤੀ, ਨਮਸਕਾਰ ਕੀਤੀ, ਪਿੰਡ ਵਾਲੇ ਸੱਦੇ। ਫਿਰ ਸਾਰੇ ਪਿੰਡ ਵਾਲਿਆਂ ਨੂੰ ਉਹ ਨਾਮ ਦੀ ਦਾਤ ਦੇ ਕੇ ਨਿਹਾਲ ਕੀਤਾ।
ਸੰਗਲਾਦੀਪ ਦੇ ਵਿੱਚ। ਇਸੇ ਤਰ੍ਹਾਂ ਇਹ ਨਾਮ ਬੜਾ ਅਮੋਲਕ ਹੈ, ਪਰ ਦੁਨੀਆ ਸੋਚਦੀ ਹੈ ਸ਼ਾਇਦ ਐਵੇਂ ਹੀ ਆ। ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਪ੍ਰੀਤਮ ਜੀ ਕਹਿੰਦੇ ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ। ਤੇ ਗੁਰੂ ਦਿੰਦਾ ਕਿਵੇਂ ਆ? ਸਤਿਗੁਰ ਸੇਵੈ ਲੱਗੇ ਆ, ਜਦੋਂ ਅਸੀਂ ਉਹਦੀ ਗੁਰੂ ਦੀ ਸੇਵਾ 'ਚ ਲੱਗਦੇ ਆ। ਕੱਢ ਰਤਨ ਦੇਵੈ ਪਰਗਾਸ, ਫਿਰ ਉਹ ਨਾਮ ਰੂਪੀ ਹੀਰਾ ਜਿਹੜਾ ਹੈ ਉਹ ਆਪਣੇ ਸਿੱਖ ਦੇ ਹਿਰਦੇ ਵਿੱਚ ਰੱਖ ਦਿੰਦਾ ਤੇ ਅੰਦਰ ਪ੍ਰਕਾਸ਼ ਮਤਲਬ ਗਿਆਨ ਹੋ ਜਾਂਦਾ ਹੈ। ਕੋ ਸਤਨਾਮ ਸੀ। ਕੱਢ ਰਤਨ ਦੇਵੈ ਪਰਗਾਸ, ਇਹ ਗੁਰੂ ਕਿਰਪਾ ਕਰਦਾ ਹੈ। ਧਨ ਵਡ ਭਾਗੀ ਵਡ ਭਾਗੀਆਂ, ਜੋ ਆਏ ਮਿਲੇ ਗੁਰ ਪਾਸ। ਉਹ ਵੱਡੇ ਭਾਗਾਂ ਵਾਲੇ ਹਨ ਜਿਹੜੇ ਗੁਰੂ ਦੇ ਕੋਲ ਆ ਕੇ ਬੈਠਦੇ ਆ। ਬਿਨਾਂ ਭਾਗਾਂ ਤੋਂ ਸਤਸੰਗ ਨਹੀਂ ਮਿਲਦੀ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵਡ ਭਾਗੀਆਂ, ਉਹ ਵੱਡੇ ਭਾਗਾਂ ਵਾਲੇ ਆ। ਵੱਡੇ ਭਾਗਾਂ ਵਾਲਿਆਂ ਤੋਂ ਵੱਡੇ ਭਾਗਾਂ ਵਾਲੇ ਆ, ਉਹ ਧਨ ਹੈ। ਪਾਤਸ਼ਾਹ ਕਹਿੰਦੇ ਚੌਥੇ ਸਤਿਗੁਰੂ ਮਹਾਰਾਜ, ਧਨ ਵਡ ਭਾਗੀ ਵਡ ਭਾਗੀਆਂ, ਜੋ ਆਏ ਮਿਲੇ ਗੁਰ ਪਾਸ। ਜਿਨ ਸਤਿਗੁਰ ਪੁਰਖ ਨਾ ਭੇਟਿਓ, ਤੇ ਜਿਹੜੇ ਨਹੀਂ ਆਏ ਉਹਨਾਂ ਦੇ ਬਾਰੇ ਵੀ ਦੱਸ ਦਿਓ ਮਹਾਰਾਜ। ਜਿਹੜੇ ਆ ਗਏ ਉਹਨਾਂ ਤਾਂ ਗਲੇ ਲਾ ਲਿਆ। ਜੋ ਸ਼ਰਨੇ ਆਵੇ ਤਿਸ ਕੰਠ ਲਗਾਵੇ, ਬਿਰਧ ਸੁਆਮੀ ਸੰਧਾ। ਜਿਹੜੇ ਨਹੀਂ ਆਏ ਉਹਨਾਂ ਦਾ ਕੀ ਹਾਲ ਹੈ? ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ, ਸੇ ਭਾਗਹੀਨ ਵਸ ਕਾਲ। ਉਹ ਜਮਦੂਤਾਂ ਦੇ ਵਸ ਪੈ ਜਾਂਦੇ ਐ। ਉਹ ਮਾੜੇ ਭਾਗਾਂ ਵਾਲੇ ਕਿੱਧਰ ਨੂੰ ਜਾਂਦੇ ਐ? ਧਰਮ ਰਾਏ ਨੂੰ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ। ਉਹਨਾਂ ਵਾਸਤੇ ਧਰਮਰਾਜ ਦੀ ਡਿਊਟੀ ਲਾਈ ਆ। ਦੂਜੇ ਭਾਏ ਦੁਸ਼ਟ ਆਤਮਾ, ਆ ਜਿਹੜੇ ਨਾਮ ਨਹੀਂ ਨਾ ਜਪਦੇ, ਜਿਹੜੇ ਗੁਰੂ ਨੂੰ ਨਹੀਂ ਮਿਲਦੇ, ਜਿਹੜੇ ਗੁਰੂ ਵਾਲੇ ਨਹੀਂ ਬਣਦੇ, ਇਹਨਾਂ ਤੇ ਤੇਰਾ ਡੰਡਾ ਚੱਲੇਗਾ, ਤੇਰਾ ਹੁਕਮ ਚੱਲੇਗਾ। ਤੂੰ ਇਹਨਾਂ ਦੀ ਸਰਕਾਰ ਹੈ। ਤੂੰ ਇਹਨਾਂ ਨੂੰ, ਦੁਸ਼ਟ ਆਤਮਾਵਾਂ ਨੂੰ, ਜਿਹੜੀਆਂ ਪਰਮੇਸ਼ਰ ਨਾਲ ਨਹੀਂ ਜੁੜਦੀਆਂ, ਜਿਹੜੀਆਂ ਦੁਨੀਆ ਨੂੰ ਦੁੱਖ ਦਿੰਦੀਆਂ, ਇਹਨਾਂ ਦੇ ਉੱਤੇ ਤੂੰ ਡੰਡਾ ਚਲਾ। ਧਰਮਰਾਜ ਦੀ ਡਿਊਟੀ ਆ। ਦੂਜੇ ਭਾਏ ਦੁਸ਼ਟੀ ਆਤਮਾ, ਉਹ ਤੇਰੀ ਸਰਕਾਰ। ਇਹ ਧਰਮਰਾਜ ਨੂੰ ਹੁਕਮ ਹੈ, ਬੈ ਸੱਚਾ ਧਰਮ ਵਿਚਾਰ। ਧਰਮਰਾਜ ਦੀ ਡਿਊਟੀ ਹੈ। ਕਹਿੰਦੇ ਉਹ ਕਿੱਧਰ ਨੂੰ ਜਾਂਦੇ ਆ? ਉਹ ਧਰਮਰਾਜ ਦੇ ਜਮਦੂਤਾਂ ਦੇ ਵਸ ਪੈਂਦੇ ਆ। ਫਿਰ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ, ਸੇ ਭਾਗਹੀਨ, ਉਹ ਮਾੜੇ ਭਾਗਾਂ ਵਾਲੇ ਵਸ ਕਾਲ। ਵਾਰ-ਵਾਰ ਕਾਲ ਦੇ ਵਸ ਪੈ ਕੇ ਜੰਮਦੇ ਮਰਦੇ, ਜੰਮਦੇ ਮਰਦੇ ਰਹਿੰਦੇ ਆ। ਕਹੋ ਸਤਨਾਮ ਸ੍ਰੀ। ਉਹ ਟੇਢੀਆਂ ਜੂਨਾਂ ਵਿੱਚ ਪੈ ਜਾਂਦੇ ਆ, ਸੱਪਾਂ ਠੂਹਿਆਂ ਦੀਆਂ ਜੂਨਾਂ 'ਚ। ਤੇ ਜਦੋਂ ਸੱਪ ਦੇ ਅੰਦਰ ਜ਼ਹਿਰ ਵੱਧਦਾ ਹੈ ਤੇ ਫਿਰ ਉਹ ਤੜਫਦਾ ਹੈ। ਸੱਪ ਦਾ ਜੀਵਨ ਇਹੋ ਜਿਹਾ ਹੈ, ਗਰਮੀ ਵਿੱਚ ਦੁਖੀ ਬਹੁਤ ਹੁੰਦਾ ਹੈ, ਸਿਆਲ ਵਿੱਚ ਸਰੀਰ ਆਕੜ ਜਾਂਦਾ ਹੈ। ਕਹੋ ਸਤਨਾਮ ਸ੍ਰੀ। ਜਦੋਂ ਗਰਮੀ ਵਿੱਚ ਉਹਦੇ ਮੂੰਹ ਵਿੱਚ ਵਧੀ ਹੋਈ ਜ਼ਹਿਰ ਦੀ ਪੋਟਲੀ ਤੰਗ ਕਰਦੀ ਹੈ ਨਾ, ਤਾਈਓ ਥਾਂ ਥਾਂ ਤੇ ਫੁਕਾਰੇ ਮਾਰਦਾ ਹੈ। ਜਿਵੇਂ ਹੰਕਾਰੀ ਬੰਦਾ ਫੁਕਾਰੇ ਮਾਰਦਾ। ਅੱਜ ਦੀਆਂ ਸਰਕਾਰਾਂ ਹੰਕਾਰ ਦੇ ਵਿੱਚ ਹੀ ਫੁਕਾਰੇ ਮਾਰੀ ਜਾਂਦੀਆਂ। ਤੇ ਫਿਰ ਇਹੋ ਜਿਹੇ ਲੋਕਾਂ ਦੀ ਹਾਲਤ ਬਹੁਤ ਮਾੜੀ ਹੁੰਦੀ ਹੈ ਜਦੋਂ ਪਰਮੇਸ਼ਰ ਦਾ ਡੰਡਾ ਚੱਲਦਾ ਹੈ। ਜਿਵੇਂ ਸੱਪ ਦਿਸ ਜੇ ਨਾ, ਅਗਲਾ ਕਹਿੰਦਾ ਸਿਰ ਕੋਟੇ ਦਾ ਸਿਰ ਕੁੱਟ, ਇਹਨੂੰ ਛੱਡੀ ਨਾ। ਹੁਣ ਇਹਦੀ ਸਿਰੀ ਭੰਨ, ਇਹਦੇ ਸਿਰ ਵਿੱਚ ਹੰਕਾਰ ਬੜੇ ਹੈ। ਤੇ ਜਿਹੜੇ ਇਹੋ ਜਿਹੇ ਲੋਕ ਸੰਸਾਰ ਨੂੰ, ਜਨਤਾ ਨੂੰ ਦੁੱਖ ਦਿੰਦੇ ਹੈ, ਨਵੇਂ ਨਵੇਂ ਕਾਨੂੰਨ ਬਣਾ ਕੇ, ਨਵੀਆਂ ਨਵੀਆਂ ਆਪਦੀਆਂ ਮਰਜ਼ੀਆਂ ਕਰਕੇ, ਇਹੋ ਜਿਹੇ ਲੋਕਾਂ ਦੇ ਵਾਸਤੇ ਫਿਰ ਪਰਮੇਸ਼ਰ ਆਪਣੇ ਅਵਤਾਰਾਂ ਨੂੰ ਭੇਜਦਾ ਹੈ। ਜਾਓ ਇਹਨਾਂ ਨੂੰ ਅਕਲ ਦੇ ਕੇ ਆਓ, ਇਹਨਾਂ ਨੂੰ ਹੋਸ਼ ਦੇ ਕੇ ਆਓ। ਜਾਏ ਜਹਾਂ ਤੇ ਧਰਮ ਚਲਾਏ, ਦੁਸ਼ਟ ਦੋਖੀਨ ਪਕੜ ਪਛਾਰੋ। ਜਿਹੜੇ ਇਹੋ ਜਿਹੇ ਗੰਦੇ ਬੰਦੇ ਆ, ਇਹਨਾਂ ਨੂੰ ਖਤਮ ਕਰੋ। ਮੇਰੇ ਪ੍ਰੀਤਮ ਜੀ ਕਹਿੰਦੇ, ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ, ਸੇ ਭਾਗਹੀਨ ਵਸ ਕਾਲ। ਓਏ ਫਿਰ ਜੋਨ ਭਵਾਈ ਹੈ, ਵਿੱਚ ਵਿਸ਼ਟਾ ਕਰ ਵਿਕਰਾਲ। ਵਿਸ਼ਟਾ ਗੰਦਗੀ ਦੇ ਕੀੜੇ ਬਣਾਏ ਜਾਂਦੇ ਆ। ਜਿਵੇਂ ਕਿਸੇ ਪਸ਼ੂ ਦੇ, ਕੁੱਤੇ ਦੇ ਜ਼ਖਮ ਵਿੱਚ ਕੀੜੇ ਪੈ ਜਾਂਦੇ ਆ, ਉਹ ਕੀੜਿਆਂ ਵਿੱਚ ਕੀੜੇ ਬਣਾਏ ਜਾਂਦੇ ਆ। ਉਹਨਾਂ ਨੂੰ ਗੰਦਗੀ ਦੇ ਕੀੜੇ ਬਣਾ ਕੇ ਨਰਕਾਂ ਵਿੱਚ ਸਿੱਟਿਆ ਜਾਂਦਾ ਹੈ। ਇਹ ਨਰਕ ਵੀ ਇੱਥੇ ਹੀ ਹੈ, ਸਵਰਗ ਵੀ ਇੱਥੇ ਹੀ ਆ। ਪ੍ਰੀਤਮ ਜੀ ਕਹਿੰਦੇ ਫਿਰ ਕਿੱਧਰ ਨੂੰ ਜਾਂਦੇ ਨੇ ਉਹ? ਕਾ ਵਿੱਚ ਵਿਸ਼ਟਾ ਕਰ ਵਿਕਰਾਲ। ਉਹਨਾਂ ਪਾਸ ਦੁਆਸ ਨਾ ਪਿੱਟੀਏ, ਜਿਨ੍ਹਾਂ ਅੰਤਰ ਕਰੋਧ ਚੰਡਾਲ ਸਿੱਖੋ। ਕਦੇ ਵੀ ਇਹੋ ਜਿਹੇ ਲੋਕਾਂ ਦੀ ਸੰਗਤ ਨਾ ਕਰੋ।
ਉਹਨਾਂ ਦੇ ਨੇੜੇ ਨਾ ਜਾਓ 2 ਮਿੰਟ ਵੀ। ਉਹਨਾਂ ਪਾਸ ਦੁਆਸ ਨ ਭਿੱਟੀ ਹੈ, ਜਿਨ੍ਹਾਂ ਅੰਤਰ ਕ੍ਰੋਧ ਚੰਡਾਲ, ਜਿਨ੍ਹਾਂ ਦੇ ਅੰਦਰ ਇਹੋ ਜਿਹੀ ਮੱਤ ਹੈ ਚੰਡਾਲਾਂ ਵਰਗੀ। ਚੰਡਾਲ ਦਾ ਕੰਮ ਹੈ ਬੇਕਿਰਕ ਹੈ, ਦਇਆਹੀਨ ਹੈ, ਕਸਾਈ ਹੈ, ਚੰਡਾਲ ਹੈ। ਤੇ ਜਿਹੜਾ ਕਸਾਈ ਚੰਡਾਲ ਉਹ ਜੀਵਾਂ ਤੇ ਦਇਆ ਨਹੀਂ ਕਰਦਾ। ਤੇ ਜਦੋਂ ਸੰਸਾਰ ਦੇ ਵਿੱਚ ਇਹੋ ਜਿਹੇ ਰਾਜੇ ਪੈਦਾ ਹੋ ਜਾਂਦੇ ਆ ਜਿਹੜੇ ਆਪਣੀ ਜਨਤਾ ਤੇ ਦਇਆ ਨਹੀਂ ਕਰਦੇ, ਕਾਰੂ ਵਰਗੇ, ਜਿਹਨੇ 40-45 ਗੰਜ ਮਾਇਆ ਜੋੜ ਲਈ, ਔਰ ਉਸ ਰੋਮ ਦੇਸ਼ ਦੇ ਲੋਕ ਜਿਹੜੇ ਦੂਜੇ ਦੇਸ਼ਾਂ ਨੂੰ ਜਾਣ ਲੱਗੇ, ਦੇਸ਼ ਛੱਡ ਕੇ ਧਰਤੀ ਬੰਜਰ ਹੋਣ ਲੱਗੀ, ਔਰ ਕਾਰੂ ਆਪਣੀ ਐਸ਼ੋ ਇਸ਼ਰਤ ਵਿੱਚ ਮਸਤ ਮਹਿਲਾਂ 'ਚ ਬੈਠਾ ਰਹਿੰਦਾ ਹੈ। ਕਿਸਾਨ ਆਤਮ ਹੱਤਿਆਵਾਂ ਕਰਨ ਲੱਗੇ, ਮਰਨ ਲੱਗੇ। ਫਿਰ ਬਾਬੇ ਨਾਨਕ ਨੂੰ ਉਹਦੇ ਕੋਲ ਜਾਣਾ ਪਿਆ ਤੇ ਫਿਰ ਕਾਰੂ ਨੂੰ ਬਾਹਰ ਸੱਦ ਕੇ ਉਹਨੂੰ ਉਪਦੇਸ਼ ਦਿੱਤਾ, ਭਲਿਆ ਮਾਨਸਾ, ਹੋਤਾ ਨਾ ਰਾਖੇ ਅਕੇਲਾ ਨਾ ਖਾਏ। ਜੇ ਤੇਰੇ ਕੋਲ ਮਾਇਆ ਤੇ ਜਨਤਾ ਨੂੰ ਵੰਡ ਕੇ ਖਾ, ਤੂੰ ਸਾਰੀ ਮਾਇਆ ਇਕੱਠੀ ਕਰਕੇ ਆਪਣੇ ਕੋਲ ਰੱਖ ਲਈ ਹੈ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਨੇ ਕਾਰੂ ਨੂੰ ਜੇ ਦੱਸਿਆ ਨਾ ਆਹ ਦੁੱਖ, ਵੀ ਜੇ ਤੂੰ ਇਹ ਕੰਮ ਨਹੀਂ ਕਰੇਗਾ ਫਿਰ ਤੈਨੂੰ ਐਸੇ ਐਸੇ ਦੁੱਖ ਮਿਲਣਗੇ, ਤਪ ਦੇ ਕੜਾਹਾਂ ਵੀ ਸਿੱਟਿਆ ਜਾਵੇਗਾ, ਟੇਡੀਆਂ ਜੂਨਾਂ 'ਚ ਪਾਇਆ ਜਾਵੇਗਾ। ਫਿਰ ਉਸਨੇ ਖਜ਼ਾਨੇ ਖੋਲੇ ਤੇ ਆਪਣੇ ਰੋਮ ਸ਼ਹਿਰ ਨੂੰ ਬਚਾਇਆ। ਪਾਤਸ਼ਾਹ ਕਹਿੰਦੇ ਤੇਰੇ ਕਿਸਾਨ ਮਰੀ ਜਾਂਦੇ ਆ, ਬੱਚੇ ਦੂਜੇ ਦੇਸ਼ਾਂ ਨੂੰ ਤੁਰੇ ਜਾਂਦੇ ਆ, ਤੇ ਤੂੰ ਰਾਜ ਕਿਤੇ ਕਰੇਗਾ? ਕੀ ਰਾਜਾ ਤੂੰ? ਕਾਹਦਾ ਰਾਜਾ ਤੂੰ? ਧਰਤੀ ਬੰਜਰ ਹੋ ਗਈ, ਜਿਹਦੇ ਵਿੱਚੋਂ ਅਨਾਜ ਪੈਦਾ ਹੋਣਾ, ਫਸਲ ਪੈਦਾ ਹੋਣੀ ਹੈ। ਕੀ ਤੂੰ ਰਾਜਾ ਹੈ? ਤੂੰ ਰਾਜਾ ਨਹੀਂ ਹੈ। ਵਧੀਆ। ਫਿਰ ਉਸ ਨੂੰ ਅਕਲ ਆਈ, ਜੇ ਇਹਨਾਂ ਰਾਜਿਆਂ ਨੂੰ ਵੀ ਅਕਲ ਆ ਜਾਵੇ। ਮੇਰੇ ਪ੍ਰੀਤਮ ਜੀ ਕਹਿੰਦੇ ਉਹਨਾਂ ਪਾਸ ਦੁਆਸ ਨਾ ਭਿੱਟੀ ਹੈ, ਜਿਨ੍ਹਾਂ ਅੰਤਰ ਕ੍ਰੋਧ ਚੰਡਾਲ, ਸਤਿਗੁਰ ਪੁਰਖ ਅੰਮ੍ਰਿਤ ਸਰ ਵਡਭਾਗੀ ਨਾਵੇਂ ਆਏ। ਇਉਂ ਸਤਿਗੁਰੂ ਪੁਰਖ ਅੰਮ੍ਰਿਤ ਸਰੋਵਰ ਜੋ ਚੌਥੇ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ, ਤੀਜੇ ਪਾਤਸ਼ਾਹ ਜੀ ਨੇ ਦੱਸਿਆ ਉਹਨਾਂ ਨੂੰ, ਕਹਿੰਦੇ ਪੁੱਤਰ ਜਦੋਂ ਗੋਇੰਦਵਾਲ ਸਾਹਿਬ ਗੱਦੀ ਦੇ ਦਿੱਤੀ ਨਾ, ਫਿਰ ਉਹਨਾਂ ਨੂੰ ਭੇਜਿਆ। ਇਹ ਅੰਮ੍ਰਿਤਸਰ ਦੇ ਇਲਾਕੇ 'ਚ ਜੰਗਲ ਸੀ ਵੱਡਾ, ਤੇ ਨਿਸ਼ਾਨੀ ਜੀ ਦੱਸੀ ਵੀ ਇੱਕ ਵੱਲਾ ਤੇ ਇੱਕ ਡੱਲਾ ਤੇ ਇੱਕ ਪਿੰਡ ਹੋਰ, ਇਹਨਾਂ ਤਿੰਨਾਂ ਪਿੰਡਾਂ ਦੇ ਵਿਚਾਲੇ ਇੱਕ ਜਗ੍ਹਾ ਹੈ, ਉੱਥੇ ਅੰਮ੍ਰਿਤ ਦਾ ਖਜ਼ਾਨਾ ਹੈ, ਕੋ ਸਤਨਾਮ ਸ੍ਰੀ, ਉਹਨੂੰ ਲੱਭਣਾ ਕਰੋ। ਤਾਂ ਗੁਰੂ ਅਮਰਦਾਸ ਜੀ ਨੇ, ਰਾਮਦਾਸ ਜੀ ਨੇ ਲੱਭਣਾ ਕੀਤਾ, ਜਾ ਕੇ ਇੱਕ ਥਾਂ ਟੱਕ ਲਾਇਆ। ਪਰ ਉਹਨਾਂ ਦਾ ਸਮਾਂ ਜੀਵਨ ਦਾ ਬਹੁਤ ਥੋੜਾ ਸੀ, ਬਾਕੀ 2 ਸਾਲ ਤੇ ਕੁਝ ਮਹੀਨੇ। ਅਮਰਦਾਸ ਜੀ ਨੇ ਵਾਪਸ ਬੁਲਾ ਲਿਆ, ਜਿੱਥੇ ਟੱਕ ਲਾਇਆ ਸੀਗਾ, ਸਰੋਵਰ ਪਟਣਾ ਸ਼ੁਰੂ ਕੀਤਾ ਸੀਗਾ। ਮੁੜ ਕੇ ਮੀਂਹ ਪੈ ਪੈ ਕੇ ਉੱਥੇ ਇੱਕ ਛਪੜੀ ਜੀ ਬਣ ਗਈ। ਰਾਮਦਾਸ ਜੀ ਵਾਪਸ ਆ ਗਏ। ਫਿਰ ਇਹ ਡਿਊਟੀ ਉਹਨਾਂ ਨੇ ਆਪਣੇ ਪੁੱਤਰ ਸਤਿਗੁਰੂ ਅਰਜਨ ਦੇਵ ਜੀ ਦੀ ਲਾ ਦਿੱਤੀ। ਸਤਿਗੁਰੂ ਅਰਜਨ ਦੇਵ ਜੀ ਫਿਰ ਗਏ ਉਹ ਜਗ੍ਹਾ ਲੱਭਣ ਵਾਸਤੇ ਜਿੱਥੇ ਕਿ ਰਾਮਦਾਸ ਜੀ ਨੇ ਮਕਾਨ ਤਾਂ ਬਣਾ ਲਏ ਸੀਗੇ, ਸਰੋਵਰ ਪੱਟਣਾ ਸ਼ੁਰੂ ਕਰਤਾ ਸੀ, ਪਰ ਫਿਰ ਉਹ ਸਰੋਵਰ ਬੰਦ ਹੋ ਗਿਆ, ਮੀਂਹ ਪੈਣ ਕਰਕੇ ਮਿੱਟੀ ਵਿੱਚ ਢਲ ਗਈ ਸਾਰੀ। ਗੁਰੂ ਅਰਜਨ ਦੇਵ ਜੀ ਨੇ ਫਿਰ ਅੰਮ੍ਰਿਤ ਸਰੋਵਰ ਲੱਭਣਾ ਸ਼ੁਰੂ ਕੀਤਾ ਜਦੋਂ, ਤੇ ਗੁਰਦੁਆਰਾ ਟਾਹਲੀਆਣਾ ਸਾਹਿਬ ਉੱਥੇ ਟੱਕ ਲਾ ਲਿਆ। ਉੱਥੋਂ ਜਿਹੜਾ ਸੀਗਾ ਇੱਕ ਰਿਸ਼ੀ ਨਿਕਲਿਆ ਧਰਤੀ ਦੇ ਵਿੱਚੋਂ ਬੈਠਾ, ਹਜ਼ਾਰਾਂ ਸਾਲਾਂ ਦਾ ਸੰਤੋਖ ਰਿਸ਼ੀ। ਇੱਧਰ ਇੱਕ ਬੀਬੀ ਤੇ ਇੱਕ ਉਹਦਾ ਪਤੀ, ਇਹ ਦੋਨਾਂ ਦੀ ਲੜਾਈ ਹੋ ਗਈ। ਉਹ ਕੌਣ ਸੀ? ਬੀਬੀ ਰਜਨੀ ਤੇ ਉਸ ਦਾ ਕੋਹੜੀ ਪਤੀ, ਕੋ ਸਤਨਾਮ ਸ੍ਰੀ। ਇਹ ਪਿੰਡਾਂ ਚੋਂ ਮੰਗਦੇ ਮੰਗਦੇ ਪੱਟੀ ਸ਼ਹਿਰ ਦੇ ਚੌਧਰੀ ਦੀ ਲੜਕੀ, ਜਿਹਨੇ ਗੁੱਸੇ ਵਿੱਚ ਆ ਕੇ ਜਾਣ ਕੇ ਕੋਹੜੀ ਨਾਲ ਵਿਆਹ ਦਿੱਤੀ, ਇਹ ਮੰਗਦੇ ਮੰਗਦੇ ਵੱਲੇ ਡੱਲੇ ਪਿੰਡਾਂ ਦੇ ਨੇੜੇ ਪਹੁੰਚੇ। ਹੁਣ ਉਹਦਾ ਘੋੜੀ ਜਿਹੜਾ ਕੋਹੜੀ ਹੈ, ਜਿਹੜਾ ਘਰ ਵਾਲਾ ਪਤੀ, ਉਹ ਖਾਰੀ ਦੇ ਵਿੱਚ ਬੈਠਾ, ਟੋਕਰੀ 'ਚ ਬਹਿੰਦਾ। ਇਹ ਵਿਚਾਰੀ ਉਹਨੂੰ ਖਿੱਚੀ ਫਿਰਦੀ ਆ ਪਈਆਂ ਤੇ, ਪਿੰਡ ਵਿੱਚ ਲਿਜਾ ਨਹੀਂ ਸਕਦੀ, ਇਸ ਕਰਕੇ ਉਹਨੂੰ ਬਾਹਰ ਕਿਸੇ ਛਪੜੀ ਦੇ ਕਿਨਾਰੇ ਦਰਖਤ ਹੇਠਾਂ ਬਿਠਾ ਜਾਂਦੀ ਆ। ਉੱਥੇ ਜਦ ਪਹੁੰਚੀ ਜੰਗਲ ਵਿੱਚ ਬੇਰੀਆਂ ਦੇ ਝੁੰਡ ਵਿੱਚ, ਇਹ ਇੱਕ ਛਪੜੀ ਜੀ ਬਣ ਗਈ ਸੀ ਜਿੱਥੇ ਰਾਮਦਾਸ ਜੀ ਨੇ ਪਹਿਲਾਂ ਟੱਕ ਲਾਇਆ ਸੀ। ਤਾਂ ਗੁਰੂ ਪਿਆਰਿਓ, ਇਹ ਛਪੜੀ ਦੇ ਕਿਨਾਰੇ ਆਪਣੇ ਕੋਹੜੀ ਪਤੀ ਨੂੰ ਬਿਠਾ ਕੇ ਮੰਗਣ ਚਲੀ ਗਈ ਉਹਨਾਂ ਵੱਲੇ ਡੱਲੇ ਪਿੰਡਾਂ ਦੇ ਵਿੱਚ। ਰੋਟੀ ਮੰਗ ਕੇ ਖਾਂਦੀ ਸੀ। ਕਹਿੰਦੇ ਵਿਸਾਖ ਦਾ ਸੰਗਰਾਂਦ ਸੀ, ਉਸ ਦਿਨ ਵਿਸਾਖੀ ਦਾ ਦਿਹਾੜਾ ਸੀ। ਤੇ ਕੀ ਹੋਇਆ, ਇਸ
कोड़ी ने की देखिया कि छपड़ी दे विच कुछ काले कां चुब्बी लाउंदे है ते जदों उड्डदे आ चिट्टे होके जांदे आ। जदों गुरु प्यारो इदां होया 5-7 कां ने काले कां चिट्टे हुंदे वेखे, परमेश्वर दा इशारा हुंदा, परमेश्वर बोलदा नहीं, इशारे नाल ही समझाउंदा। ओहदी डांग भी जद चलदी आ खड़का नहीं करदी, पीड़ बहुत करदी आ। इहनूं मानो समझाया कोड़ी नूं, और कोड़ी ने जद वेख्या ते टोकरी चों खारी चों बाहर निकलिया, रुड़दा रुड़दा वो छपड़ी दे विच आके डुब गया। जदों ही डिग्गिया ते 9 बरना हो गया, लत्तां सीधियां हो गईयां, हथ पैर सीधे हो गए, कोड़ दे फोड़े बंद हो गए ते इह ओहदे विचों निकल के बाहर टोकरी मुद्धी मार के उत्ते बह गया। कोई सतनाम सी। इतने बीबी रजनी मंग के जद भोजन लैके आई, की वेखदी है मेरा कोड़ी तो है ही नहीं, ये सुंदर नौजवान मुंडा कौन बैठा मेरे थां ते। कहनी भाई तू कौन है? वो कहना मैं तेरे घर वाला ही हाँ। कहनी मेरे घर वाला कोड़ी है, दस कित्थे सिट्टिया उन्होंने मारिया तू? मैनू सुंदर देख के शायद तू मेरा पति मार देता है। दोनों की लड़ाई हो गई। उन्हें बड़ा समझाया कि नहीं रजनी, तू पट्टी शहर की रहने वाली आ, हो सकता है कहनी तू मेरे मगर लगे होवे, तू चौधरी की पुत्री है, तेरे प्यो ने गुस्से च मेरे नाल विआहिया सीगा, पर अज मैं देखिया छपड़ी दे विच कुछ काले कां चिट्टे होके उड़दे वेखे, तो मैं सोचिया भी ये विच कोई करामाती शक्ति है, मैनू नहीं पता की है, बस मैं देख के दे चुब्बी ला लई आ ते मैं 9 बरनौ हो गया। दोने लड़ी जाते सी, उत्थे सिख आ गए लकड़ां चुकण, जो उस इलाके च ही वसदे सन। गुरु अर्जन देव जी कोल पुछया भी लड़ाई क्यों? और बीबी कहती इन्हें मेरा पति मार दिता। वो कहना ये रजनी है मेरी घरवाली है, छपड़ी च कोई करामात है। सारी कहानी दसी, सिखा नूं भी समझ ना आई, हैरान हो गए। वो कहते यार उत्थे गुरु अर्जन देव जी बैठे सेवा करवा रहे हैं ना, आपां चल के उन्होंने पुछदे हां। उन्होंने नाल ले आए सतगुरु अर्जन देव जी कोल। गुरु अर्जन देव जी नूं सारी गल दसी लड़ाई दी। पातशाह कहने बेटा असी तो वो जगह लभदे फिरदे आ किदन दे साडे पिता ने कहा सी, साडे नाने गुरु ने कहा सी, कित्थे वो जगह सानू कल नूं दिखाओ, अज साडे कोल रहो। फिर उन्हां दे कोल रहे बीबी रजनी ते ओहदा पति दोने। दूजे दिन पातशाह संगत नूं लैके वो छपड़ी ते आए। वो छपड़ी यही सरोवर सी हरमंदर साहब वाला। कहो सतनाम श्री। कहंदे जी आ जगह है वो। पातशाह कहने बेटा आ तो जगह असी किदे दे लभदे फिरदे आ, अज तुहाडी किरपा नाल जगह प्रगट हुई है। सतगुर पुर अमृत सर वड भागी नावे आए। हुण एक अमृत सरोवर वो सरोवर है, दूजा अमृत सरोवर गुरबाणी है, जिथे दोने सरोवर पातशाह ने इकट्ठे कर दिते। भरीए मत पापां कै संग धोपै नावे कै रंग, ते बाहरला सरोवर है भरीए हाथ पैर तंडे पानी धोता है उतर सखे, मोत पलीती कपड़ होए दे साबून लईआ धोए, ते मत नूं धोण वास्ते विचाले शब्द रूपी अमर दा प्रकाश है। फिर गुरु अर्जन देव जी ने उस जगह के उत्ते सरोवर तैयार करवाया। ਉਹਦੇ ਵਿੱਚ गुरु प्यारो मीह पै गया तो पानी का भर गया। जो पानी का भरिया तो पानी 2 दिनों में सुक गया। संगतां कहदियां जी मिट्टी जिहड़ी है धरती ठीक नहीं है, ये तो पानी सारा थल्ले चले जाता, पानी नहीं खड़दा। गुरु अर्जन देव जी कहंदी है भुखा है भाई सिखो, भुखा है ये। फिर की करिए? कहने जिहड़े संतोख सर सरोवर की मिट्टी है ना, वो लिया के ये 4-4 उंगलां बिछा दिओ, फिर थल्ले नहीं जाऊगा पानी। को सतनाम। फिर संगतां ने संतोख सर सरोवर की मिट्टी लिया के उहदे विच 4-4 5-5 उंगलां सारे विच बिछा दिती। मुड़ के पानी थल्ले नहीं गया, थल्लेओं कच्चा ही है कहते सरोवर, पर पानी हुण थल्ले नहीं जाता। उस तो बाद उहदे विच हरमंदर साहब की रचना की। फिर गुरु ग्रंथ साहब जी महाराज प्रगट हो गए, ये बाणी की रचना हुई, बीड़ साहब तैयार हो गए। फिर इन्हों प्रकाश करके पातशाह जी ने सब कुछ लिखिया। तो इस करके ये अमृतसर जिहड़ा है सरोवर का इशारा भी सीगा चौथे पातशाह जी का उस वेले। सतगुर पुरख अमृतसर कहते गुरु ही अमृत का सरोवर है। असल विच गुरु ग्रंथ साहब भी अमृत का सरोवर है, साडी जिंदगी नूं वधिया बनाउण वाला। वड भागी नावे आए, आ भी आपां सरोवर च बैठे हाँ। एक वो सरोवर है सामने, उत्थे शरीर का इशनान हुंदा है, इत्थे मत का इशनान हुंदा है।
सतगुर पुरखी अमृतसर वडभागी नहावे आए। जेड़े इत्थे आके नहाउंदे हन उन्हां जन्म जन्म की मैल ही उतरे, निर्मल नाम दृढ़ाए। ये गुरु नाम की दात दे के साडी जन्मां जन्मांतरां दी गंदी मत नूं चंगी कर दिंदा है। जन्म जन्म की इस मन को मल लागी, काला होआ स्याहो खनली धोती उजली ना होवे। जिमें कोलू की लीड़ साफ नहीं हुंदी, अग ला के मचाउणी पैंदी है। मन मत साफ नहीं होनी, इनू छड्ड दिओ, गुरमत लै जाओ घरे। कहो सतनाम श्री नाम की दात लो गुरु दे कोलों। मेरे प्रीतम जी कहंदे फिर की करदा गुरु, उन्हां जन्म जन्म की मैल ही उतरै, निर्मल नाम दृढ़ाए। जन नानक उत्तम पद पाया, सतगुर की लिवलाए। चौथे पातशाह जी कहंदे इस जन ने गुरु नानक दे चरनां विच आके वो पदवी प्राप्त हो गई जिहड़ी गुरु ने कृपा करके की कहते हैं, जो हमरी बिद होती मेरे सतगुरा, साबिद तुम हर जानो आपे। हम रुलते फिरते कोई बात ना पूछता, गुरु सतगुर संग कीड़े हम थापे। सानू कीड़ियां नू सतगुर ने सच्चा पातशाह बना दिता, सोढ़ी पातशाह बना दिता। कोई सतनाम श्री वाहिगुरू। आखिरी पंक्ति विच बाबा जी कहंदे, जन नानक उत्तम पद पाया, सतगुर की लिव लाए सिखो। जदों मैनू नाम की दात मिली, मैं लिव ला के सिमरन करना शुरू किया। सिमरन करदियां करदियां मैनू अज आ पद भी प्राप्त हो गई। बैठा सोढ़ी पातशाह रामदास सतगुरु कहावै, दिता लईए अपना अन दिता किछ हथ न आवे। जान न देसा सोढ़ियों, हुण मैं सोढ़ियां दे विचों ये नाम की दात नहीं जान देवांगा। खैर ये सी अज दे पवित्र शब्द के विचार। अगले शब्द के विचार आपां कल दे दीवाना भी सरवण करांगे। बोलदियां नेकां अखर बाद घाट हो जांदे। सिख संगतां दे सतगुरु बख्शण योग है, बख्श लेना जी। समाप्ति करिए। बुलाओ फतेह पाओ फतेह। वाहिगुरू जी का खालसा, वाहिगुरू जी की फतेह।